किन्ना ज़्यादा ਜ਼ਰੂਰੀ ਆ सोसाइटी ਦੇ ਵਿੱਚ ਔਰਤਾਂ ਲਈ खूबसूरत दिसना। क्यों ਉਹਨਾਂ ਨੂੰ ਲੱਗਦਾ कि ਅਸੀਂ सोसाइटी ਦੇ ਵਿੱਚ खूबसूरत ਸਾਡਾ ਦਿਖਣਾ ਜ਼ਰੂਰੀ ਆ। ਜਦੋਂ ਵਿਆਹ ਦੇ ਦਿਨ ਉਹ ਤਿਆਰ ਹੋ ਕੇ ਆਉਂਦੀਆਂ ਨੇ ਤਾਂ ਉਹ ਬਿਲਕੁਲ ਹੀ ਵੱਖਰੀਆਂ ਲੱਗਦੀਆਂ ਨੇ। ਬੇਸ਼ੱਕ ਉਹ ਸੋਹਣੀਆਂ ਵੀ ਲੱਗਦੀਆਂ ਹੁਣ, ਪਰ ਉਹਨਾਂ ਦੀ ਦਿੱਖ ਬਿਲਕੁਲ ਚੇਂਜ ਹੁੰਦੀ ਆ। ਤੇ ਕੀ ਉਦੋਂ ਇਹ ਸਵਾਲ ਖੜਾ ਨਹੀਂ ਹੁੰਦਾ ਕਿ ਜਿਸ ਦਿਨ ਉਹਨਾਂ ਨੇ ਉਹ ਮੇਕਅਪ ਉਤਾਰਿਆ, ਉਹ ਆਪਣੀ ਓਰੀਜਨਲ ਦਿੱਖ 'ਚ ਆਈਆਂ ਤਾਂ ਉਹ ਕਿੰਨੇ ਲੋਕਾਂ ਨੂੰ ਪਸੰਦ ਹੋਣਗੀਆਂ, ਅਸੀਂ ਕਿੰਨਾ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਤੇ ਸਾਡੇ ਉੱਤੇ ਆਪਣੀ ਦਿੱਖ ਨੂੰ ਜ਼ਿਆਦਾ ਸੋਹਣਾ ਬਣਾਉਣ ਦਾ ਇੰਨਾ ਪ੍ਰੈਸ਼ਰ ਕਿਉਂ ਆ। ਪ੍ਰਾਈਮ ਵਿਮਨ ਦੀ ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਗੱਲਾਂ ਦੇ ਵਿੱਚੋਂ ਗੱਲ ਦੇ ਇਸ ਸੈਗਮੈਂਟ ਦੇ ਵਿੱਚ ਅਸੀਂ ਅੱਜ ਗੱਲ ਕਰਨੀ ਹੈਗੀ ਆ ਕਿ ਖੂਬਸੂਰਤ ਹੋਣ ਦੇ ਲਈ ਔਰਤਾਂ ਤੇ ਕਿੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ, ਕਿੰਨਾ ਜ਼ਿਆਦਾ ਜ਼ਰੂਰੀ ਆ ਸੁਸਾਇਟੀ ਦੇ ਵਿੱਚ ਔਰਤਾਂ ਲਈ ਖੂਬਸੂਰਤ ਦਿਸਣਾ। ਕਿੰਨਾ ਪੈਸਾ ਅਸੀਂ ਮੇਕਅਪ, ਕੱਪੜੇ, ਸੂਟਾਂ ਜਾਂ ਹਾਰ ਸ਼ਿੰਗਾਰ ਜਾਂ ਗਹਿਣੇ ਗੱਟਿਆਂ ਤੇ ਖਰਚਦੇ ਹਾਂ। ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਕਾਰਨ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸੋਲਿਊਸ਼ਨ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ। ਸੋ ਜੇਕਰ ਅਸੀਂ ਔਰਤਾਂ ਦੀ ਗੱਲ ਕਰੀਏ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਆਪਣੇ ਹਾਰ ਸ਼ਿੰਗਾਰ ਦੇ ਉੱਤੇ, ਆਪਣੇ ਮੇਕਅਪ ਦੇ ਉੱਤੇ, ਆਪਣੇ ਕੱਪੜਿਆਂ ਦੇ ਉੱਤੇ, ਆਪਣੇ ਸੂਟਾਂ ਦੇ ਉੱਤੇ ਜਾਂ ਆਪਣੇ ਗਹਿਣੇ ਗੱਟਿਆਂ ਦੇ ਉੱਤੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਖਰਚਦੀਆਂ ਨੇ। ਜੇ ਉਹ ਕੰਮਕਾਜੀ ਨੇ ਇਹ ਮੰਨਿਆ ਜਾਂਦਾ ਕਿ ਉਹਨਾਂ ਦੀ ਅੱਧੀ ਤਨਖਾਹ ਜਿਹੜੀ ਹੈਗੀ ਜਾਂ ਅੱਧੀ ਸੈਲਰੀ ਆ ਜਿਹੜੀ ਉਹ ਉਹਨਾਂ ਦੇ ਮੇਕਅਪ, ਉਹਨਾਂ ਦੇ ਕੱਪੜਿਆਂ, ਉਹਨਾਂ ਦੇ ਸੂਟਾਂ, ਉਹਨਾਂ ਦੇ ਹਾਰ ਸ਼ਿੰਗਾਰ, ਉਹਨਾਂ ਦੇ ਗਹਿਣੇ ਗੱਟਿਆਂ ਤੇ ਖਰਚੀ ਜਾਊਗੀ। ਇਹ ਕਿੰਨਾ ਸਹੀ ਆ ਤੇ ਇਹਦੇ ਕੀ ਕਾਰਨ ਨੇ? ਵੈਸੇ ਜੇ ਅਸੀਂ ਆਮ ਸਰਸਰੀ ਗੱਲ ਕਰੀਏ ਤੇ ਇਹ ਚੀਜ਼ ਸਾਨੂੰ ਆਪਣੀ ਸੁਸਾਇਟੀ 'ਚ ਦਿਸਦੀ ਆ। ਜਦੋਂ ਵੀ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਹਾਂ ਅਕਸਰ ਅਸੀਂ ਇਹ ਦੇਖ ਸਕਦੇ ਹਾਂ ਕਿ ਅਸੀਂ ਮਹਿਸੂਸ ਵੀ ਕਰਦੇ ਹਾਂ ਕਿ ਸਾਡੀਆਂ ਭੈਣਾਂ ਨੂੰ ਇੱਕ ਦੂਜੇ ਤੋਂ ਜ਼ਿਆਦਾ ਕੰਪਲੀਮੈਂਟ ਜਾਂ ਇੱਕ ਦੂਜੇ ਤੋਂ ਜ਼ਿਆਦਾ ਸੋਹਣੇ ਹੋਣ ਦਾ ਇੱਕ ਕੰਪੀਟੀਸ਼ਨ ਲੱਗਿਆ ਹੁੰਦਾ। ਸਾਨੂੰ ਲੱਗਦਾ ਕਿ ਅਸੀਂ ਫੰਕਸ਼ਨ 'ਚ ਕਿੰਨੇ ਸੋਹਣੇ ਲੱਗ ਰਹੇ ਹਾਂ, ਜਾਂ ਅਸੀਂ ਕਿਸੇ ਪਹਿਲੇ ਫੰਕਸ਼ਨ ਦੇ ਵਿੱਚ ਆਹ ਕਲਰ ਦਾ ਸੂਟ ਪਾ ਲਿਆ ਸੀ, ਹੁਣ ਅਗਲੇ ਫੰਕਸ਼ਨ ਦੇ ਵਿੱਚ ਜੇ ਅਸੀਂ ਇਸੇ ਕਲਰ ਦਾ ਸੂਟ ਪਾਇਆ ਜਾਂ ਸੇਮ ਸਟਾਈਲ ਦੇ ਵਿੱਚ ਮੇਕਅਪ ਕੀਤਾ ਤਾਂ ਕਿਤੇ ਅਸੀਂ ਕਿਸੇ ਤੋਂ ਘੱਟ ਤਾਂ ਨਹੀਂ ਲੱਗਾਂਗੀਆਂ। ਜਾਂ ਫਿਰ ਇਹ ਵੀ ਹੁੰਦਾ ਕਿ ਅਸੀਂ ਇੱਕ ਦੂਜੇ ਨੂੰ ਟੋਕ ਵੀ ਦਿੰਦੇ ਹਾਂ ਕਿ ਇਹ ਤਾਂ ਪਹਿਲੇ ਫੰਕਸ਼ਨ ਦੇ ਵਿੱਚ ਵੀ ਤੁਹਾਡੇ ਸੇਮ ਦੇਖਿਆ ਸੀ। ਤੁਹਾਨੂੰ ਕੀ ਲੱਗਦਾ ਕਿ ਮਰਦ ਜਿਹੜੇ ਹੈਗੇ ਆ ਉਹ ਆਪਣੇ ਦਿਮਾਗ ਦਾ ਇਸਤੇਮਾਲ ਇਹਨਾਂ ਫਾਲਤੂ ਗੱਲਾਂ ਦੇ ਉੱਤੇ ਕਰਦੇ ਨੇ? ਕੀ ਮਰਦ ਇੱਕ ਦੂਜੇ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਪਹਿਲੇ ਫੰਕਸ਼ਨ ਦੇ ਵਿੱਚ ਇਹੀ ਸੂਟ ਪਾਇਆ ਸੀ, ਇਹੀ ਟਾਈ ਲਾਈ ਸੀ, ਤੇ ਇਸ ਫੰਕਸ਼ਨ ਦੇ ਵਿੱਚ ਤੁਸੀਂ ਕਿਉਂ ਇਹ ਸੂਟ ਪਾ ਕੇ ਜਾਂ ਇਹ ਟਾਈ ਲਾ ਕੇ ਆ ਗਏ? ਇਹ ਸੋਚਣਾ ਵਿਚਾਰਨਾ ਬਣਦਾ, ਕਿਉਂਕਿ ਦਿਮਾਗ ਔਰਤ ਤੇ ਮਰਦ ਨੂੰ ਪਰਮਾਤਮਾ ਨੇ, ਕੁਦਰਤ ਨੇ ਬਰਾਬਰ ਦਿੱਤਾ, ਪਰ ਅਸੀਂ ਉਸ ਦਿਮਾਗ ਦਾ ਇਸਤੇਮਾਲ ਕਿਸ ਜਗ੍ਹਾ ਤੇ ਕਰ ਰਹੇ ਹਾਂ ਇਹ ਇੰਪੋਰਟੈਂਟ ਆ। ਅਸੀਂ ਹਰ ਫੀਲਡ ਦੇ ਵਿੱਚ ਕਹਿ ਦਿੰਦੇ ਹਾਂ ਕਿ ਮਰਦਾਂ ਦੀ ਸਰਦਾਰੀ ਆ ਜਾਂ ਮੈਨ ਡੋਮੀਨੇਟਿੰਗ ਸੁਸਾਇਟੀ ਆ, ਪਰ ਇਹ ਵੀ ਸੋਚਣਾ ਬਣਦਾ ਕਿ ਮਰਦਾਂ ਦੀ ਸਰਦਾਰੀ ਕਿਉਂ ਆ? ਕਿਉਂਕਿ ਉਹਨਾਂ ਨੇ ਉਸ ਫੀਲਡ ਦੇ ਵਿੱਚ ਆਪਣੇ ਬ੍ਰੇਨ ਨੂੰ ਡਿਵੈਲਪ ਕੀਤਾ। ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਮਰਦ ਆਪਣੇ ਕੱਪੜਿਆਂ ਦੇ ਨਾਲੋਂ ਜ਼ਿਆਦਾ ਇਹ ਚੀਜ਼ ਸਿੱਖਣ ਤੇ ਜ਼ਿਆਦਾ ਟਾਈਮ ਲਾਉਂਦੇ ਨੇ ਕਿ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਕੀ ਕਰਨਾ, ਤੇ ਔਰਤਾਂ ਦੇ ਲਈ ਇਹ ਇੱਕ ਸੁਸਾਇਟੀ ਦਾ ਪ੍ਰੈਸ਼ਰ ਆ ਕਿ ਉਹਨਾਂ ਨੇ ਜ਼ਿਆਦਾ ਖੂਬਸੂਰਤ ਦਿਸਣਾ। ਸੁਸਾਇਟੀ ਵੀ ਕਿਸੇ ਹੱਦ ਤੱਕ ਦੇਖਿਆ ਜਾਵੇ ਤਾਂ ਸਾਨੂੰ ਹੁੰਦਾ ਕਿ ਔਰਤ ਦਾ ਖੂਬਸੂਰਤ ਦਿਸਣਾ ਜ਼ਰੂਰੀ ਆ। ਜੇ ਔਰਤ ਦਾ ਕੱਦ ਥੋੜ੍ਹਾ ਜਿਹਾ ਛੋਟਾ ਤੇ ਅਸੀਂ ਅਕਸਰ ਕਹਿੰਦੇ ਹਾਂ ਕਿ ਜਦੋਂ ਵਿਆਹ ਹੋਊਗਾ ਤੇ ਬਰਾਬਰ ਲੱਗਣ ਦੇ ਲਈ ਤੁਸੀਂ ਹੀਲ ਪਾਉਣੀ ਆ, ਪਰ ਇਹ ਚੀਜ਼ ਅਸੀਂ ਮਰਦ ਲਈ ਇਹ ਕ੍ਰਾਈਟੇਰੀਆ ਨਹੀਂ ਰੱਖਦੇ। ਔਰਤਾਂ ਦੇ ਉੱਤੇ ਇਸ ਚੀਜ਼ ਦਾ ਕਾਫੀ ਪ੍ਰੈਸ਼ਰ ਹੁੰਦਾ ਕਿ ਉਹ ਲੰਬੀਆਂ ਲੱਗਣ। ਜੇ ਲੰਬੀਆਂ ਨੇ ਤਾਂ ਉਹਨਾਂ ਨੇ ਫਿਰ ਬਰਾਬਰ ਦੇ ਕਿਵੇਂ ਹੋਣਾ, ਜਾਂ ਉਹਨਾਂ ਦੇ ਨੈਣ ਨਕਸ਼ ਕਿੰਨੇ ਉੱਭਰ ਕੇ ਸਾਹਮਣੇ ਆਉਣੇ ਚਾਹੀਦੇ ਆ। ਔਰ ਇਹਦੇ 'ਚ ਕਾਲਾ ਰੰਗ ਇੱਕ ਔਰਤਾਂ ਦੇ ਲਈ ਮੁਸੀਬਤ ਬਣ ਜਾਂਦਾ। ਜੇ ਉਹਨਾਂ ਨੂੰ ਲੱਗਦਾ ਕਿ ਮੇਰਾ ਰੰਗ ਕਾਲਾ, ਤੇ ਸਾਡੀ ਸੁਸਾਇਟੀ ਦੇ ਵਿੱਚ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਟੋਕਦੇ ਹਾਂ ਜਾਂ ਨੋਕ ਝੋਕ ਕਰਦੇ ਹਾਂ ਜਾਂ ਅਸੀਂ ਸੋਚਦੇ ਹਾਂ, ਪਰ ਕਈ ਵਾਰੀ ਜ਼ਰੂਰੀ ਨਹੀਂ ਆ ਕਿ ਰੰਗ ਰੂਪ, ਤੁਹਾਡੇ ਨਕਸ, ਤੁਹਾਡੀ ਕਾਬਲੀਅਤ ਜਾਂ ਤੁਹਾਡੀ ਸਿਆਣਪ 'ਤੇ ਹਾਵੀ ਹੋ ਜਾਣ। ਜਦੋਂ ਤੁਸੀਂ ਮੂੰਹ ਖੋਲ੍ਹਦੇ ਹੋ ਜਾਂ ਤੁਹਾਡੀ ਸਿਆਣਪ ਕਿੰਨੀ ਆ, ਤੁਸੀਂ ਕਿੰਨੇ ਵਧੀਆ ਤਰੀਕੇ ਨਾਲ, ਕਿੰਨੇ ਵਧੀਆ ਗੁਣਾਂ ਦੇ ਨਾਲ ਆਪਣੇ ਕੰਮ ਨੂੰ ਸਿਰੇ ਚਾੜਦੇ ਹੋ, ਇਹ ਜ਼ਿਆਦਾ ਇੰਪੋਰਟੈਂਟ ਆ। ਪਰ ਔਰਤਾਂ ਜ਼ਿਆਦਾਤਰ ਆਪਣੇ ਕੰਮਾਂ ਦੀ ਕਾਬਲੀਅਤ ਨਾਲੋਂ ਜ਼ਿਆਦਾ ਆਪਣੇ ਕੱਪੜੇ, ਹਾਰ ਸ਼ਿੰਗਾਰ ਅਤੇ ਮੇਕਅਪ ਦੇ ਉੱਤੇ ਜ਼ਿਆਦਾ ਸਮਾਂ ਵੇਸਟ ਕਰਦੀਆਂ ਨੇ।
ਜੇ ਅਸੀਂ ਕਹਿੰਦੇ ਹਾਂ ਕਿ ਵਰਲਡ ਲੈਵਲ ਤੇ ਫੈਮਿਨਿਜ਼ਮ ਦੀ ਗੱਲ ਕਰਨੀ ਹੈ ਤਾਂ ਸਾਨੂੰ ਇਹ ਚੀਜ਼ਾਂ ਵੀ ਸੋਚਣੀਆਂ ਪੈਣਗੀਆਂ ਕਿ ਔਰਤਾਂ ਨੂੰ ਕਿੱਥੇ ਕਿੱਥੇ ਆਪਣੇ 'ਚ ਬਦਲਾਅ ਲਿਆਉਣ ਦੀ ਜ਼ਰੂਰਤ ਆ। ਵਿਆਹ ਪੱਖ ਤੋਂ ਜੇ ਗੱਲ ਕੀਤੀ ਜਾਏ ਤਾਂ ਵਿਆਹਾਂ ਦੇ ਬਜਟ ਦਾ ਇੱਕ ਵੱਡਾ ਹਿੱਸਾ ਇਸ ਚੀਜ਼ ਦੇ ਉੱਤੇ ਖਰਚ ਹੁੰਦਾ ਕਿ ਤੁਹਾਡਾ ਮੇਕਅਪ ਆਰਟਿਸਟ ਕਿੰਨੇ ਪੈਸੇ ਲੈ ਕੇ ਜਾਊਗਾ, ਜਾਂ ਤੁਸੀਂ ਕਿੰਨੇ ਸੋਹਣੇ ਲੱਗਣੇ ਚਾਹੀਦੇ ਹੋ, ਜਾਂ ਤੁਹਾਡੇ ਕੱਪੜੇ ਕਿੰਨੇ ਬ੍ਰਾਈਟ ਹੋਣੇ ਚਾਹੀਦੇ ਆ, ਜਾਂ ਤੁਹਾਡੇ ਗਹਿਣੇ ਗੱਟੇ ਕਿੰਨੇ ਮੈਚਿੰਗ ਹੋਣੇ ਚਾਹੀਦੇ ਆ, ਜਾਂ ਤੁਹਾਡੀ ਜੁੱਤੀ ਤੋਂ ਲੈ ਕੇ ਪੈਰ ਤੋਂ ਲੈ ਕੇ ਸਿਰ ਤੱਕ ਔਰਤ ਨੂੰ ਹਰ ਜਗ੍ਹਾ ਦੇ ਉੱਤੇ ਡੈਕੋਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਇਸ ਨੂੰ ਜੇ ਅਸੀਂ ਥੋੜ੍ਹਾ ਜਿਹਾ ਵਾਈਡਰ ਐਸਪੈਕਟ ਦੇਖੀਏ ਤਾਂ ਦੁਨੀਆ ਨੂੰ ਅਸੀਂ ਮਾਰਕੀਟ ਪਲੇਸ ਕਹਿੰਦੇ ਹਾਂ। ਮਾਰਕੀਟ ਪਲੇਸ ਦੇ ਵਿੱਚ ਕੀ ਔਰਤਾਂ ਨੂੰ ਇਹ ਮਾਈਂਡ ਸੈੱਟ ਦਿੱਤਾ ਗਿਆ ਕਿ ਤੁਸੀਂ ਸੋਹਣੇ ਲੱਗਣੇ ਚਾਹੀਦੇ ਹੋ। ਜੇ ਅਸੀਂ ਐਡਸ ਦੀ ਗੱਲ ਕਰੀਏ ਤਾਂ ਮੋਸਟਲੀ ਤੁਸੀਂ ਦੇਖੋਗੇ ਕਈ ਐਡਵਰਟੀਜ਼ਮੈਂਟ ਦੇ ਵਿੱਚ ਜੈਂਟਸ ਜੇਕਰ ਉਹ ਐਡਵਰਟੀਜ਼ਮੈਂਟ ਵੀ ਕਰਦੇ ਆ ਤਾਂ ਉਹਨਾਂ ਦੇ ਕੱਪੜੇ ਪੂਰੇ ਪਾਏ ਹੁੰਦੇ ਆ, ਪਰ ਔਰਤਾਂ ਦੇ ਕੱਪੜੇ ਛੋਟੇ ਹੋ ਜਾਂਦੇ ਆ। ਕੀ ਇਹ ਵੀ ਸਾਡੀ ਸੁਸਾਇਟੀ ਦਾ ਇੱਕ ਮਾਈਂਡ ਸੈੱਟ ਆ? ਔਰ ਇਹਦੇ 'ਚ ਇੱਕ ਸਵਾਲ ਇਹ ਉੱਠਦਾ ਕਿ ਜੇ ਮਰਦਾਂ ਨੇ ਇਸ ਸੁਸਾਇਟੀ ਦੇ ਵਿੱਚ, ਇਸ ਮਾਰਕੀਟ ਪਲੇਸ ਦੇ ਵਿੱਚ ਇਸ ਚੀਜ਼ ਦਾ ਇੱਕ ਹੱਲ ਕੱਢਿਆ ਕਿ ਇਸ ਚੀਜ਼ ਨੂੰ ਵੇਚਣ ਲਈ, ਜੇ ਗੱਡੀ ਦੀ ਐਡ ਵੀ ਆ, ਗੱਡੀ ਦੀ ਐਡ ਦੇ ਮੂਹਰੇ ਇੱਕ ਐਡਵਰਟੀਜ਼ਮੈਂਟ ਦੇ ਵਿੱਚ ਕੁੜੀ ਸਾਹਮਣੇ ਆ ਰਹੀ ਆ, ਤਾਂ ਤੁਹਾਨੂੰ ਕੀ ਲੱਗਦਾ ਕਿ ਔਰਤ ਤੋਂ ਜ਼ਿਆਦਾ ਲੋਕ ਅਟਰੈਕਟ ਹੁੰਦੇ ਨੇ, ਇਸ ਕਰਕੇ ਉਹਨਾਂ ਨੂੰ ਐਜ਼ ਅ ਸ਼ੋਅ ਪੀਸ ਐਡਵਰਟੀਜ਼ਮੈਂਟ ਵਿੱਚ ਖੜਾ ਕੀਤਾ ਜਾਂਦਾ? ਜਾਂ ਫਿਰ ਔਰਤਾਂ ਨੇ ਵੀ ਇੱਕ ਪੱਖ ਇਹ ਵੀ ਆ ਕਿ ਕੀ ਔਰਤਾਂ ਨੇ ਵੀ ਉਸ ਚੀਜ਼ ਨੂੰ ਮੰਨ ਲਿਆ ਅਤੇ ਉਸ ਚੀਜ਼ ਦੇ ਵਿੱਚ ਪੂਰਾ ਸਾਥ ਦਿੱਤਾ ਕਿ ਹਾਂ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਕਿ ਸਾਡੇ ਹਾਰ ਸ਼ਿੰਗਾਰ ਨਾਲ ਜਾਂ ਸਾਡੀ ਦਿੱਖ ਨਾਲ ਬਹੁਤੇ ਲੋਕ ਅਟਰੈਕਟ ਹੋ ਜਾਣਗੇ। ਇਸ ਮੁੱਦੇ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਸਾਰਿਆਂ ਦੇ ਮਨਾਂ 'ਚ ਆਉਂਦੇ ਨੇ। ਜੇ ਛੋਟੇ ਲੈਵਲ ਤੋਂ ਦੇਖਿਆ ਜਾਵੇ ਤਾਂ ਅਸੀਂ ਅਕਸਰ ਔਰਤਾਂ ਨੂੰ ਜਾਂ ਕੁੜੀਆਂ ਨੂੰ ਡੈਕੋਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਲਾਂ ਦੀ ਜੇ ਗੱਲ ਕਰ ਲਈ ਜਾਏ ਤਾਂ ਵਾਲਾਂ ਦੇ ਵਿੱਚ ਵੀ ਅਸੀਂ ਬੜੇ ਵੱਖਰੇ ਹੇਅਰ ਸਟਾਈਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਲਾਂ ਨੂੰ ਕਦੇ ਸਟ੍ਰੇਟ ਕਦੇ ਕਰਲੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਐਕਚੁਅਲੀ ਆਪਣੇ ਆਪ ਨੂੰ ਸੋਹਣਾ ਕਿਸ ਦੇ ਸਾਹਮਣੇ ਸਾਬਿਤ ਕਰਨਾ ਚਾਹੁੰਦੇ ਹਾਂ? ਕੀ ਅਸੀਂ ਆਪਣੀ ਖੂਬਸੂਰਤੀ ਤੋਂ ਖੁਦ ਹੀ ਇੰਪ੍ਰੈਸ ਨਹੀਂ ਹੈਗੇ, ਜਾਂ ਫਿਰ ਸਾਨੂੰ ਲੱਗਦਾ ਕਿ ਅਸੀਂ ਸੈਕਿੰਡ ਕੈਟੇਗਰੀ ਦੇ ਵਿੱਚ ਆਉਂਦੇ ਹਾਂ ਅਤੇ ਸਾਨੂੰ ਇਹਨਾਂ ਐਕਸਟਰਾ ਚੀਜ਼ਾਂ ਦੀ ਜ਼ਰੂਰਤ ਆ? ਅਕਸਰ ਤੁਸੀਂ ਦੇਖਿਆ ਹੋਏਗਾ ਕਿ ਮਰਦ ਇਸ ਚੀਜ਼ ਦਾ ਕਈ ਵਾਰ ਮਜ਼ਾਕ ਉਡਾਉਂਦੇ ਨੇ ਕਿ ਤੁਹਾਡੀ ਕਲੋਜ਼ਟ ਦੇ ਵਿੱਚ ਬਹੁਤ ਕੱਪੜੇ ਨੇ, ਬਹੁਤ ਸੂਟ ਨੇ, ਤੁਸੀਂ ਕਿੰਨਾ ਕੁ ਹੋਰ ਇਸ ਤੋਂ ਐਕਸਟਰਾ ਕੀ ਕਰਨਾ? ਔਰ ਕਈ ਵਾਰੀ ਖੁਦ ਸਾਨੂੰ ਲੱਗਦਾ ਕਿ ਸਹਿਜ ਸੁਭਾਅ ਕੁਦਰਤੀ ਰੂਪ ਦੇ ਵਿੱਚ ਕਈ ਵਾਰੀ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ, ਪਰ ਜਦੋਂ ਵਿਆਹ ਦੇ ਦਿਨ ਉਹ ਤਿਆਰ ਹੋ ਕੇ ਆਉਂਦੀਆਂ ਨੇ ਤਾਂ ਉਹ ਬਿਲਕੁਲ ਹੀ ਵੱਖਰੀਆਂ ਲੱਗਦੀਆਂ ਨੇ। ਬੇਸ਼ੱਕ ਉਹ ਸੋਹਣੀਆਂ ਵੀ ਲੱਗਦੀਆਂ ਹੁਣ, ਪਰ ਉਹਨਾਂ ਦੀ ਦਿੱਖ ਬਿਲਕੁਲ ਚੇਂਜ ਹੁੰਦੀ ਆ। ਅਤੇ ਕੀ ਉਦੋਂ ਇਹ ਸਵਾਲ ਖੜਾ ਨਹੀਂ ਹੁੰਦਾ ਕਿ ਜਿਸ ਦਿਨ ਉਹਨਾਂ ਨੇ ਉਹ ਮੇਕਅਪ ਉਤਾਰਿਆ, ਉਹ ਆਪਣੀ ਓਰੀਜਨਲ ਦਿੱਖ 'ਚ ਆਈਆਂ, ਤਾਂ ਉਹ ਕਿੰਨੇ ਲੋਕਾਂ ਨੂੰ ਪਸੰਦ ਹੋਣਗੀਆਂ? ਅਸੀਂ ਕਿੰਨਾ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ, ਅਤੇ ਸਾਡੇ ਉੱਤੇ ਆਪਣੀ ਦਿੱਖ ਨੂੰ ਜ਼ਿਆਦਾ ਸੋਹਣਾ ਬਣਾਉਣ ਦਾ ਇੰਨਾ ਪ੍ਰੈਸ਼ਰ ਕਿਉਂ ਆ? ਇਹਦੇ ਵਿੱਚ ਇੱਕ ਪੱਖ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਬਹੁਤ ਜ਼ਿਆਦਾ। ਅਸੀਂ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੇ ਸੋਹਣੇ ਤਰੀਕਿਆਂ ਨਾਲ ਲੋਕ ਸੋਹਣੇ ਖੂਬਸੂਰਤ ਬਣ ਕੇ ਆਉਂਦੇ ਨੇ, ਡਿਫਰੈਂਟ ਡਰੈਸਿਸ ਦੇ ਵਿੱਚ ਆਉਂਦੇ ਨੇ, ਆਪਣੀ ਐਡਵਰਟੀਜ਼ਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹੇਅਰ ਸਟਾਈਲ ਤੁਹਾਡਾ ਇੱਦਾਂ ਦਾ ਹੋਵੇ, ਤੁਹਾਡਾ ਮੇਕਅਪ ਇਸ ਤਰ੍ਹਾਂ ਦਾ ਹੋਵੇ, ਤੁਹਾਡੇ ਕੱਪੜੇ ਇਸ ਤਰ੍ਹਾਂ ਦੇ ਹੋਣ। ਕੀ ਸੋਸ਼ਲ ਮੀਡੀਆ ਦਾ ਇੱਕ ਰੋਲ ਹੈ? ਬਿਲਕੁਲ ਇਹਦੇ 'ਚ ਡਿਸਕਸ਼ਨ ਕਾਫੀ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਦਾ ਅਸਰ ਮਰਦਾਂ 'ਤੇ ਇੰਨਾ ਕਿਉਂ ਨਹੀਂ ਆ? ਮਰਦਾਂ ਨੂੰ ਉਹਨਾਂ ਡੈਕੋਰੇਟ ਕਰਨ ਦੇ ਉੱਤੇ, ਮਰਦਾਂ ਦੀ ਦਿੱਖ ਦੇ ਉੱਤੇ ਉਨੀ ਕਿਉਂ ਗੱਲ ਨਹੀਂ ਹੁੰਦੀ? ਕਿ ਉਹ ਆਪਣਾ ਸਾਰਾ ਟਾਈਮ, ਜਿਹੜਾ ਮਰਦ ਆ ਉਹ ਆਪਣਾ ਸਾਰਾ ਟਾਈਮ ਆਪਦੇ ਮਾਈਂਡ ਨੂੰ ਇੱਕ ਨੈਕਸਟ ਲੈਵਲ 'ਤੇ ਲਿਜਾਣ ਦੀ ਕੋਸ਼ਿਸ਼ ਕਰਦਾ, ਅਤੇ ਅਸੀਂ ਔਰਤਾਂ ਅਸੀਂ ਸਿਰਫ ਉਸ ਚੀਜ਼ ਨੂੰ ਆਪਣੇ ਹਾਰ ਸ਼ਿੰਗਾਰ ਜਾਂ ਸਿਰਫ ਆਪਣੇ ਆਪ ਦੀ ਬਾਹਰੀ ਦਿੱਖ ਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਵਿੱਚ ਹੀ ਆਪਣਾ ਟਾਈਮ ਵੇਸਟ ਕਰ ਰਹੇ ਹਾਂ? ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਕੋਈ ਵੀ ਕੁੜੀ ਕਾਫੀ ਹਾਈ ਲੈਵਲ 'ਤੇ ਪੜ੍ਹ ਕੇ ਜਾਂਦੀ ਹੈ ਤਾਂ ਉਹਦੀ ਡਰੈਸਿੰਗ ਸੈਂਸ ਚੇਂਜ ਹੋ ਜਾਂਦੀ ਆ, ਉਹ ਆਪਣੇ ਆਪ ਨੂੰ ਸਿੰਪਲ ਰੱਖਣ ਲੱਗ ਜਾਂਦੀ ਆ? ਇਸ ਚੀਜ਼ ਦੇ ਨਾਲ ਵੀ ਤੁਸੀਂ ਜ਼ਰੂਰ ਐਗਰੀ ਕਰੋਗੇ ਕਿ ਅਕਸਰ ਜਦੋਂ ਸਾਡੀ ਉਮਰ ਥੋੜ੍ਹੀ ਵੱਡੀ ਹੁੰਦੀ ਜਾਂਦੀ ਹੈ ਅਤੇ ਅਸੀਂ ਇਹ ਚੀਜ਼ ਨੂੰ ਸਮਝਣ ਲੱਗ ਜਾਂਦੇ ਹਾਂ ਕਿ ਅਸੀਂ ਕਿਸ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਕਿਉਂ ਖੁਸ਼ ਕਰਨਾ ਚਾਹੁੰਦੇ ਹਾਂ, ਜਾਂ ਅਸੀਂ ਆਪਣੇ ਆਪ 'ਚ ਕੰਫਰਟੇਬਲ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਕੀ ਬਹੁਤ ਜ਼ਿਆਦਾ ਟਾਈਟ ਕੱਪੜੇ ਪਾ ਕੇ ਅਟਰੈਕਟਿਵ ਦਿਸਣ ਦੇ ਲਈ ਅਸੀਂ ਇਹ ਜਿਹੜੇ ਹੈਗੇ ਆ ਮੇਕਅਪ, ਹਾਰ ਸ਼ਿੰਗਾਰ ਦੇ ਉੱਤੇ ਜ਼ਿਆਦਾ ਮਨੀ ਵੇਸਟ ਕਰ ਰਹੇ ਹਾਂ? ਮਾਰਕੀਟ ਪਲੇਸ ਦੀ ਜੇ ਗੱਲ ਕਰੀ ਜਾਵੇ ਤਾਂ ਕਹਿੰਦੇ ਨੇ ਕਿ ਕੁੜੀਆਂ ਆਪਣਾ ਬਹੁਤਾ ਟਾਈਮ, ਬਹੁਤਾ ਸਮਾਂ ਸਿਰਫ ਅਤੇ ਸਿਰਫ ਇਸ ਆਰਟੀਫਿਸ਼ੀਅਲ ਲੁੱਕ ਨੂੰ ਕ੍ਰੀਏਟ ਕਰਨ ਦੇ ਉੱਤੇ ਜ਼ਿਆਦਾ ਵੇਸਟ ਕਰਦੀਆਂ ਨੇ। ਇਹਦੇ ਵਿੱਚ ਜੇ ਵੱਡੇ ਪੱਧਰ 'ਤੇ ਗੱਲ ਕਰਾਂਗੇ ਤਾਂ ਕਈਆਂ ਨੂੰ ਇਹ ਚੀਜ਼ ਚੁੱਭ ਵੀ ਸਕਦੀ ਹੈ, ਕਿਉਂਕਿ ਕਈਆਂ ਦੇ ਬਿਜ਼ਨਸ ਇਸ ਚੀਜ਼ ਨਾਲ ਜੁੜੇ ਹੋਏ ਆ। ਦੇਖਿਆ ਜਾਵੇ ਤਾਂ ਔਰਤਾਂ ਦੇ ਵਿੱਚ ਇਹ ਚੀਜ਼ ਇੰਨੀ ਵੱਧ ਚੁੱਕੀ ਆ ਕਿ ਬਹੁਤ ਸਾਰੇ ਵੱਡੇ
ਬ੍ਰਾਂਡਸ ਦੇ ਮੇਕਅਪ, ਬਹੁਤ ਸਾਰੇ ਕੱਪੜਿਆਂ ਦੇ ਬ੍ਰਾਂਡ ਜਾਂ ਬਹੁਤ ਸਾਰੀ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਸਿਰਫ ਔਰਤਾਂ ਨੂੰ ਹੀ ਰਿਪਰੈਜ਼ੈਂਟ ਕਰਦੀਆਂ ਨੇ ਤੇ ਵੱਡੇ ਪੱਧਰ ਦੀ ਮਾਰਕੀਟ ਉਹਨਾਂ ਨੇ ਸਥਾਪਿਤ ਕੀਤੀ ਹੋਈ ਆ। ਇਹਦੇ 'ਚ ਔਰਤਾਂ ਦੇ ਮਾਈਂਡ ਸੈੱਟ ਨੂੰ ਸਮਝਣਾ ਬੇਹੱਦ ਜ਼ਰੂਰੀ ਆ ਕਿ ਕਿਉਂ ਉਹਨਾਂ ਨੂੰ ਲੱਗਦਾ ਕਿ ਅਸੀਂ ਸੁਸਾਇਟੀ ਦੇ ਵਿੱਚ ਖੂਬਸੂਰਤ ਸਾਡਾ ਦਿਖਣਾ ਜ਼ਰੂਰੀ ਆ। ਅਸੀਂ ਹੁਣੇ ਲੇਟੈਸਟ ਪੰਜਾਬੀ ਪਰਿਵਾਰ ਦੀ ਇੱਕ ਧੀ ਹਰਨਾਜ਼ ਕੌਰ ਸੰਧੂ ਜਿਹੜੀ ਕਿ 2021 ਦੀ ਮਿਸ ਯੂਨੀਵਰਸ ਬਣੀ ਆ, ਅਸੀਂ ਉਹਨਾਂ ਦੀ ਐਗਜ਼ਾਮਪਲ ਲੈ ਸਕਦੇ ਹਾਂ। ਜਦੋਂ ਉਹ ਮਿਸ ਯੂਨੀਵਰਸ ਬਣੇ ਸੀ ਉਹ ਕਾਫੀ ਪਤਲੇ ਸੀ, ਉਸ ਤੋਂ ਬਾਅਦ ਉਹਨਾਂ ਦੀ ਅਪੀਅਰੈਂਸ ਥੋੜ੍ਹੀ ਜਿਹੀ ਮੋਟੀ ਹੋ ਗਈ ਤੇ ਉਹਨਾਂ ਨੂੰ ਕਾਫੀ ਇਸ ਚੀਜ਼ ਦੇ ਉੱਤੇ ਬੁਲੀ ਵੀ ਕੀਤਾ ਗਿਆ। ਪਰ ਉਹਨਾਂ ਨੇ ਇੱਕ ਚੀਜ਼ ਬੜੀ ਵਧੀਆ ਕਹੀ ਆ ਕਿ ਮੈਨੂੰ ਇੱਕ ਡਿਸੀਜ਼ ਆ ਔਰ ਜਿਹਦੇ ਕਰਕੇ ਮੇਰੇ ਵਜ਼ਨ ਦੇ ਵਿੱਚ ਫਰਕ ਪਿਆ, ਪਰ ਇਹ ਮੈਟਰ ਨਹੀਂ ਕਰਦਾ ਕਿ ਜਦੋਂ ਤੁਸੀਂ ਮਿਸ ਯੂਨੀਵਰਸ ਬਣਦੇ ਹੋ ਤੁਸੀਂ ਕਿੰਨੇ ਸੋਹਣੇ ਹੋ। ਇਹ ਮੈਟਰ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੈਜ਼ੈਂਟ ਕਰਦੇ ਹੋ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਹੋਰ ਪ੍ਰੈਸ਼ਰ ਹੁੰਦੇ ਨੇ, ਤੁਸੀਂ ਆਪਣੇ ਸਵਾਲਾਂ ਦੇ ਜਵਾਬ ਕਿਵੇਂ ਦੇ ਰਹੇ ਆ, ਤੁਹਾਡੀ ਸਿਆਣਪ ਕਿਸ ਤਰ੍ਹਾਂ ਸਾਹਮਣੇ ਆ ਰਹੀ ਹੈ, ਇਹ ਸਾਰਾ ਕੁਝ ਮੈਟਰ ਕਰਦਾ। ਸਿਰਫ ਤੁਹਾਡੀ ਖੂਬਸੂਰਤੀ, ਤੁਹਾਡੇ ਨੈਣ ਨਕਸ਼ ਜਾਂ ਤੁਹਾਡੀ ਆਊਟਰ ਲੁੱਕ ਮਿਸ ਯੂਨੀਵਰਸ ਬਣਾਉਣ ਦੇ ਵਿੱਚ ਤੁਹਾਨੂੰ ਮਦਦ ਨਹੀਂ ਕਰ ਸਕਦੀ। ਔਰ ਬਹੁਤ ਸੋਹਣੇ ਤਰੀਕੇ ਨਾਲ ਉਹ ਆਪਣੇ ਆਪ ਨੂੰ ਕੈਰੀ ਵੀ ਕਰ ਰਹੇ ਆ, ਉਹਨਾਂ ਨੇ ਉਸ ਚੀਜ਼ ਨੂੰ ਬਹੁਤ ਸੋਹਣੇ ਤਰੀਕੇ ਨਾਲ ਲਿਆ। ਪਰ ਕੀ ਜਦੋਂ ਅਸੀਂ ਆਮ ਆਪਣੇ ਘਰਾਂ ਦੇ ਵਿੱਚ ਦੇਖਦੇ ਹਾਂ, ਸਾਨੂੰ ਕੀ ਮਹਿਸੂਸ ਹੁੰਦਾ ਵੀ ਜਦੋਂ ਸਾਨੂੰ ਕੋਈ ਟੋਕ ਦਿੰਦਾ, ਸਾਨੂੰ ਸਾਡੇ ਨੈਣ ਨਕਸ਼ 'ਤੇ ਟੋਕ ਦਿੰਦਾ, ਕੀ ਮਰਦਾਂ ਨੂੰ ਵੀ ਬਰਾਬਰ ਟੋਕਿਆ ਜਾਂਦਾ? ਇੱਕ ਰੀਜ਼ਨ ਤਾਂ ਇਹ ਹੈ ਕਿ ਸ਼ਾਇਦ ਔਰਤ ਨੂੰ ਇਹ ਚੀਜ਼ ਸਮਝ ਆ ਗਈ ਆ ਕਿ ਉਹਨੂੰ ਜ਼ਿਆਦਾ ਜੱਜ ਕੀਤਾ ਜਾਊਗਾ, ਉਹਨੂੰ ਜ਼ਿਆਦਾ ਇਸ ਕਸਵੱਟੀ ਦੇ ਉੱਤੇ ਖਰਾ ਉਤਰਨਾ ਪਊਗਾ, ਕਿ ਉਹਨੂੰ ਆਪਣੇ ਆਪ ਨੂੰ ਜ਼ਿਆਦਾ ਪ੍ਰੂਵ ਕਰਨਾ ਪਊਗਾ। ਇਹ ਚੀਜ਼ ਉਹਨੂੰ ਸਮਝ ਹੈ। ਉਹਨੂੰ ਇਹ ਵੀ ਸਮਝ ਆ ਕਿ ਮੇਰੇ ਕੋਲ ਇੱਕੋ ਇੱਕ ਚੀਜ਼ ਆ ਜਿਹੜੀ ਮੈਂ ਖੂਬਸੂਰਤੀ ਨੂੰ ਮੈਂ ਆਪਣੀ ਨੂੰ ਜੇ ਮੇਨਟੇਨ ਨਹੀਂ ਕਰੂੰਗੀ ਤਾਂ ਸ਼ਾਇਦ ਹੋ ਸਕਦਾ ਕਿ ਮੇਰੇ 'ਚ ਕਿਸੇ ਦਾ ਇੰਟਰਸਟ ਘਟ ਜੇ। ਕੀ ਉਹਨੂੰ ਲੱਗਦਾ ਕਿ ਜੇ ਮੈਂ ਖੂਬਸੂਰਤ ਨਹੀਂ ਦਿਖੂੰਗੀ ਤਾਂ ਬਹੁਤ ਸਾਰੇ ਲੋਕ ਮੇਰੇ 'ਤੇ ਉਂਗਲ ਕਰ ਸਕਦੇ ਨੇ। ਔਰ ਇਹਦੇ 'ਚ ਇੱਕ ਚੀਜ਼ ਤੁਸੀਂ ਅਕਸਰ ਦੇਖਿਆ ਹੋਊਗਾ ਕਿ ਅਸੀਂ ਛੋਟੀਆਂ ਬੱਚਿਆਂ ਨੂੰ ਬਹੁਤ ਕਹਿੰਦੇ ਆ ਕਿ ਜ਼ਿਆਦਾ ਨਹੀਂ ਖਾਣਾ, ਜੇ ਮੋਟੀ ਹੋ ਗਈ ਤਾਂ ਫਿਰ ਐਵੇਂ ਹੋ ਜਾਊਗਾ, ਜਾਂ ਤੇਰੀ ਦਿੱਖ ਜਿਹੜੀ ਹੈਗੀ ਉਹ ਬਹੁਤ ਇੰਪੋਰਟੈਂਟ ਆ। ਅਸੀਂ ਇਸ ਚੀਜ਼ ਦੇ ਉੱਤੇ ਜ਼ਿਆਦਾ ਤਵੱਜੋ ਦਿੰਦੇ ਹਾਂ। ਹੁਣ ਦੇਖਿਆ ਜਾਵੇ ਤਾਂ ਕੀ ਇਹ ਚੁਆਇਸ ਉਹ ਆਪਣੀ ਮਰਜ਼ੀ ਨਾਲ ਉਹਨੂੰ ਲੱਗਦਾ ਕਿ ਮੈਂ ਕੰਫਰਟੇਬਲ ਹਾਂ? ਅਫਕੋਰਸ ਉਹਨੂੰ ਲੱਗਦਾ ਹੋਊਗਾ ਕਿ ਮੈਂ ਕੰਫਰਟੇਬਲ ਹਾਂ, ਇਸੇ ਲਈ ਉਹ ਇਹਦੇ 'ਤੇ ਇੰਨਾ ਟਾਈਮ ਜਾਂ ਇੰਨੀ ਮਨੀ ਸਪੈਂਡ ਕਰਦੀਆਂ ਨੇ। ਪਰ ਇਹ ਇੱਕ ਮੁੱਦਾ ਡਿਸਕਸ਼ਨ ਦਾ ਇਸ ਕਰਕੇ ਆ ਕਿ ਜੇਕਰ ਉਹ ਅੱਜ ਕੱਲ੍ਹ ਪੜ੍ਹ ਰਹੀਆਂ ਨੇ, ਹਰ ਫੀਲਡ ਦੇ ਵਿੱਚ ਅੱਗੇ ਆ ਰਹੀਆਂ ਨੇ, ਤਾਂ ਉਹਨਾਂ ਨੂੰ ਕੀ ਇਸ ਚੀਜ਼ ਦੇ ਵਿੱਚ ਮਰਦਾਂ ਤੋਂ ਸਿੱਖਣ ਦੀ ਜ਼ਰੂਰਤ ਆ? ਉਹਨਾਂ ਨੂੰ ਕੀ ਇਸ ਚੀਜ਼ ਦੀ ਤੇ ਆਪਣੇ ਆਪ 'ਤੇ ਕੰਮ ਕਰਨ ਦੀ ਜ਼ਰੂਰਤ ਆ? ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਐਡਸ ਹੁੰਦੀਆਂ ਨੇ ਕਿ ਤੁਸੀਂ ਆਪਣੀ ਲੁੱਕ ਨੂੰ ਇੰਨੇ ਵਧੀਆ ਬਣਾ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਸਟਾਈਲਿਸ਼ ਦਿਖਾ ਸਕਦੇ ਹੋ, ਤੁਸੀਂ ਆਪਣੇ ਆਪ ਨੂੰ ਰਿਚ ਦਿਖਾ ਸਕਦੇ ਹੋ। ਪਰ ਸਾਨੂੰ ਕਿਸੇ ਨੂੰ ਦਿਖਾਉਣ ਦੀ ਲੋੜ ਕਿਉਂ ਪੈਂਦੀ ਆ? ਕੀ ਅਸੀਂ ਉਹ ਟਾਈਮ ਜਿਹੜਾ ਆਪਣੀ ਦਿੱਖ ਨੂੰ ਇੰਪਰੂਵ ਕਰਨ 'ਤੇ ਲਾਉਂਦੇ ਹਾਂ, ਉਹਦੀ ਜਗ੍ਹਾ 'ਤੇ ਅਸੀਂ ਆਪਣੇ ਆਪ ਨੂੰ ਕੰਪੀਟੈਂਸ ਜਾਂ ਆਪਣੇ ਆਪ ਨੂੰ ਹੋਰ ਵਧੀਆ ਬ੍ਰੇਨ ਦੇ ਤੌਰ 'ਤੇ ਡਿਵੈਲਪ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀਆਂ? ਕਿਉਂ ਇਹਦੇ 'ਚ ਕੀ ਇਹੋ ਜਿਹਾ ਕਾਰਨ ਆ ਜਾਂਦਾ? ਅਸੀਂ ਅੰਦਰ ਦੇ ਉੱਤੇ ਜ਼ਿਆਦਾ ਫੋਕਸ ਨਹੀਂ ਕਰਦੇ ਜਾਂ ਆਪਣੇ ਕੰਮ ਦੇ ਉੱਤੇ ਉਹਨਾਂ ਜ਼ਿਆਦਾ ਫੋਕਸ ਨਹੀਂ ਕਰਦੀਆਂ। ਕੀ ਸਾਡੇ 'ਤੇ ਪ੍ਰੈਸ਼ਰ ਹੁੰਦਾ ਕਿ ਹਾਂ ਆਫਟਰ ਮੈਰਿਜ ਸਾਨੂੰ ਸਿਰਫ ਤੇ ਸਿਰਫ ਅਸੀਂ ਆਪਣੇ ਘਰ ਰਹਿਣਾ ਗਾ, ਜਾਂ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰੋਫੈਸ਼ਨ 'ਚ ਤਰੱਕੀ ਕਰ ਲਈ, ਉਸ ਤੋਂ ਬਾਅਦ ਇੱਕ ਟਾਈਮ ਇਹੋ ਜਿਹਾ ਆ ਜਾਣਾ ਕਿ ਮੈਨੂੰ ਹੋ ਸਕਦਾ ਜੌਬ ਛੱਡਣੀ ਪਵੇ। ਸੋ ਕਿਹੜੇ ਇਹੋ ਜਿਹੇ ਕਾਰਨ ਆ ਕਿ ਅਸੀਂ ਇੱਕਾ ਦੁੱਕਾ ਰਹਿ ਜਾਂਦੀਆਂ? ਪ੍ਰੋਫੈਸ਼ਨ ਦੇ ਵਿੱਚ ਜਾ ਕੇ 10 ਮਰਦਾਂ ਦੇ ਵਿੱਚ ਕਈ ਵਾਰੀ 2 ਜਾਂ 3 ਔਰਤਾਂ ਹੁੰਦੀਆਂ ਨੇ, 10 ਦੇ ਬਰਾਬਰ 10 ਕਿਉਂ ਨਹੀਂ ਹੁੰਦੀਆਂ? ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਆ। ਇੱਕ ਰਿਪੋਰਟ ਦੇ ਅਨੁਸਾਰ ਹਮੇਸ਼ਾ ਆਪਣੇ ਬੱਚੇ ਨੂੰ ਇਹੋ ਜਿਹੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਕੇਅਰਿੰਗ, ਕਾਈਂਡ, ਤੁਸੀਂ ਕਿੰਨੇ ਕਾਈਂਡ ਹੋ। ਕਿਉਂਕਿ ਕਈ ਵਾਰੀ ਅਸੀਂ ਕੰਪਲੀਮੈਂਟ ਹੀ ਜ਼ਿਆਦਾਤਰ ਇਸ ਤਰ੍ਹਾਂ ਦੇ ਦਿੰਦੇ ਹਾਂ ਕਿ ਤੇਰੀ ਆਹ ਚੀਜ਼ ਸੋਹਣੀ ਲੱਗਦੀ ਆ, ਤੂੰ ਕਦੇ ਵੀ ਕਿਸੇ ਦੀ ਪਹਿਨਣ ਜਾਂ ਕਦੇ ਵੀ ਕਿਸੇ ਦੀ ਦਿੱਖ ਨੂੰ ਦੇ ਕੇ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ। ਅਸੀਂ ਅਕਸਰ ਦੇਖਿਆ ਕਿ ਕਈ ਵਾਰੀ ਫੰਕਸ਼ਨਸ ਦੇ ਵਿੱਚ ਅਸੀਂ ਦੂਜੇ ਦੀਆਂ ਸਿਰਫ ਅੱਖਾਂ ਦੇਖ ਕੇ ਦੱਸ ਦਿੰਦੇ ਹਾਂ ਕਿ ਸਾਨੂੰ ਦੂਸਰਾ ਬੰਦਾ ਕਿਸ ਤਰੀਕੇ ਨਾਲ ਦੇਖ ਕੇ ਸਾਡਾ ਮਜ਼ਾਕ ਉਡਾ ਰਿਹਾ ਜਾਂ ਸਾਨੂੰ ਕੰਪਲੀਮੈਂਟ ਦੇ ਰਿਹਾ, ਅਸੀਂ ਦੇਖ ਕੇ ਦੱਸ ਦਿੰਦੇ ਹਾਂ। ਪਰ ਟਰਾਈ ਕੀਤਾ ਜਾਵੇ ਕਿ ਅਸੀਂ ਕਿਸੇ ਦੀ ਵੀ ਬਾਹਰੀ ਦਿੱਖ ਨੂੰ, ਸਪੈਸ਼ਲੀ ਔਰਤਾਂ ਦੀ ਬਾਹਰੀ ਦਿੱਖ ਨੂੰ ਦੇਖ ਕੇ ਕੋਈ ਵੀ ਕਮੈਂਟ ਨਾ ਕਰੀਏ। ਜ਼ਿਆਦਾਤਰ ਅਸੀਂ ਉਹਨਾਂ ਦੇ ਨੇਚਰ ਦੇ ਉੱਤੇ ਗੱਲ
ਕਰੀਏ। ਛੋਟੇ ਬੱਚੇ ਨੂੰ ਵੀ ਅਸੀਂ ਇਹ ਸਿਖਾਈਏ ਜਾਂ ਛੋਟੀਆਂ ਬੱਚੀਆਂ ਨੂੰ ਵੀ ਅਸੀਂ ਇਹ ਸਿਖਾਈਏ ਕਿ ਤੁਸੀਂ ਕਿੰਨੇ ਕਾਈਂਡ ਹੋ, ਤੁਸੀਂ ਅੱਜ ਕਿਸੇ ਦੀ ਕਿੰਨੀ ਹੈਲਪ ਕੀਤੀ, ਕਿੰਨੇ ਤੁਸੀਂ ਕੇਅਰਿੰਗ ਹੋ। ਸ਼ਾਇਦ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਬਹੁਤ ਵਧੀਆ ਸਬਕ ਹੋਊਗਾ, ਕਿਉਂਕਿ ਜਿਹੜੀ ਚੀਜ਼ ਅਸੀਂ ਹੁਣ ਤੱਕ ਹੰਢਾਈ ਆ ਜਾਂ ਸਾਡੀ ਜਨਰੇਸ਼ਨ ਤੱਕ ਹੁਣ ਤੱਕ ਹੈ ਕਿ ਸਾਡੀ ਦਿੱਖ ਨੂੰ ਜ਼ਿਆਦਾ ਇੰਪੋਰਟੈਂਸ ਰੱਖੀ ਜਾਊਗੀ, ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੀਆਂ ਸਦੀਆਂ ਦੇ ਵਿੱਚ ਛੋਟੀਆਂ ਬੱਚੀਆਂ ਨੂੰ ਇਹ ਚੀਜ਼ ਸਿੱਖਣ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਬਾਹਰੀ ਦਿੱਖ ਦੇ ਉੱਤੇ ਹੀ ਫੋਕਸ ਕੀਤਾ ਜਾਊਗਾ? ਇਹਦੇ ਵਿੱਚ ਇੱਕ ਚੀਜ਼ ਆਪਣੇ ਆਪ ਨੂੰ ਐਡਮਿਟ ਕਰਨਾ ਕਿ ਤੁਹਾਨੂੰ ਲੱਗਦਾ ਕਿ ਕੁਦਰਤ ਨਾਲੋਂ ਜ਼ਿਆਦਾ ਤੁਸੀਂ ਸੋਹਣੇ ਬਣ ਸਕਦੇ ਹੋ ਜੇ ਤੁਸੀਂ ਮੇਕਅਪ ਕਰੋਗੇ ਜਾਂ ਮੇਕਅਪ ਕਰਕੇ ਤੁਸੀਂ ਇਸ ਤੋਂ ਵੀ ਜ਼ਿਆਦਾ ਸੋਹਣੇ ਲੱਗੋਗੇ। ਕੀ ਤੁਹਾਨੂੰ ਲੱਗਦਾ ਕਿ ਕੁਦਰਤ ਨੇ ਜੋ ਤੁਹਾਨੂੰ ਬਣਾ ਦਿੱਤਾ ਉਸ ਤੋਂ ਜ਼ਿਆਦਾ ਮੇਕਅਪ ਤੁਹਾਨੂੰ ਸੋਹਣਾ ਬਣਾ ਸਕਦਾ? ਇਹਦੇ 'ਚ ਕਾਫੀ ਰਿਸਰਚ ਵੀ ਸਾਹਮਣੇ ਆਈ ਹੈ ਕਿ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਆਰਟਿਸਟ ਜਾਂ ਐਕਟਰੈਸਿਸ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਬਹੁਤ ਮੇਕਅਪ ਕੀਤਾ ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਉਹਨਾਂ ਨੂੰ ਸਕਿਨ ਜਾਂ ਕਈ ਕੈਂਸਰ ਦੀਆਂ ਡਿਸੀਜ਼ਸ ਹੋ ਗਈਆਂ। ਸਾਨੂੰ ਪਤਾ ਕਿ ਉਹ ਕੈਮੀਕਲ ਆ, ਸਾਨੂੰ ਇਹ ਵੀ ਪਤਾ ਕਿ ਮੇਕਅਪ ਦੇ ਵਿੱਚ ਕਈ ਚੀਜ਼ਾਂ ਮਿਕਸ ਹੁੰਦੀਆਂ ਨੇ, ਪਰ ਫਿਰ ਵੀ ਅਸੀਂ ਕਿੰਨੀਆਂ ਮੋਟੀਆਂ ਲੇਅਰਸ, ਸੋਸ਼ਲ ਮੀਡੀਆ ਦੇ ਕਈ ਬਲੌਗਸ ਤੁਸੀਂ ਦੇਖੋਗੇ ਜਿਹਦੇ 'ਚ ਤੁਸੀਂ ਦੇਖਦੇ ਥੱਕ ਜਾਓਗੇ ਕਿ ਕਿੰਨੀਆਂ ਲੇਅਰਸ ਦੇ ਵਿੱਚ ਇੱਕ ਸਕਿਨ ਨੂੰ ਕਵਰ ਕੀਤਾ ਜਾਂਦਾ, ਤੇ ਜੇ ਉਹ ਬਿਲਕੁਲ ਉਹ ਸਕਿਨ ਤੋਂ ਉਤਾਰ ਦਿੱਤਾ ਜਾਵੇ ਤਾਂ ਲੁੱਕ ਹੀ ਬਿਲਕੁਲ ਡਿਫਰੈਂਟ ਨਿਕਲਦੀ ਆ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਜਿਹੜੇ ਬਿਊਟੀ ਸਲੂਨਸ ਜਾਂ ਬਿਊਟੀ ਪਾਰਲਰਸ ਇਸ ਤਰ੍ਹਾਂ ਦੀ ਤੁਹਾਡੀ ਬਿਲਕੁਲ ਹੀ ਲੁੱਕ ਚੇਂਜ ਕਰ ਦਿੰਦੇ ਨੇ? ਤੁਹਾਨੂੰ ਇਸ ਚੀਜ਼ ਦੇ ਉੱਤੇ ਕੀ ਲੱਗਦਾ ਕਿ ਤੁਸੀਂ ਮਨੀ ਦੇ ਕੇ ਇੰਨੀ ਲੁੱਕ ਚੇਂਜ ਕੀਤੀ ਆ ਥੋੜ੍ਹੇ ਟਾਈਮ ਦੇ ਲਈ, ਉਹ ਵਰਥ ਹੈਗੀ ਆ? ਮਰਦ ਇਸ ਚੀਜ਼ ਦੇ ਉੱਤੇ ਆਪਣੀ ਮਨੀ ਕਿਉਂ ਨਹੀਂ ਖਰਚਦੇ? ਇਹ ਵੀ ਇੱਕ ਸਵਾਲ ਆ। ਜੇ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਮਰਦਾਂ ਦੇ ਬਰਾਬਰ ਹੋਣਾ ਤਾਂ ਸਾਨੂੰ ਸਾਡੀ ਥਿੰਕਿੰਗ ਵੀ ਉਹਨਾਂ ਦੇ ਬਰਾਬਰ ਕਰਨ ਦੀ ਜ਼ਰੂਰਤ ਆ। ਉਹ ਕਦੇ ਵੀ ਆਪਣੀ ਇੰਨੀ ਮਨੀ ਇਸ ਚੀਜ਼ ਦੇ ਉੱਤੇ ਵੇਸਟ ਨਹੀਂ ਕਰਨਗੇ। ਇਹ ਮਰਦਾਂ ਦੀ ਸਿਆਣਪ ਆ। ਸੋ ਮਰਦਾਂ ਦੀ ਇਸ ਸਿਆਣਪ ਤੋਂ ਸਾਨੂੰ ਇਹ ਚੀਜ਼ ਤਾਂ ਸਿੱਖਣੀ ਬਣਦੀ ਆ ਕਿ ਅਸੀਂ ਆਪਣੀ ਬਾਹਰੀ ਦਿੱਖ ਨੂੰ ਇੰਪਰੂਵ ਕਰਨ ਦੇ ਲਈ ਜ਼ਿਆਦਾ ਟਾਈਮ, ਜ਼ਿਆਦਾ ਫੋਕਸ ਸਾਨੂੰ ਨਹੀਂ ਚਾਹੀਦਾ। ਬਾਹਰੀ ਦਿੱਖ ਦੇ ਨਾਲ ਹੀ ਕਿ ਸੀਰਤ ਇਹਦੇ ਵਿੱਚ ਕਿੰਨਾ ਰੋਲ ਅਦਾ ਕਰਦੀ ਆ। ਅਸੀਂ ਕਹਿੰਦੇ ਹੁੰਦੇ ਸੀ ਅਕਸਰ ਕਿ ਪੁਰਾਣੀਆਂ ਬਜ਼ੁਰਗ ਬੀਬੀਆਂ ਜਿਹੜੀਆਂ ਸੀ ਉਹ ਸੀਰਤ ਜਾਂ ਸਿਦਕ ਦੇ ਨਾਲ ਕੰਮ ਕਰਦੀਆਂ ਸੀ। ਸਾਡੇ ਅੰਦਰ ਦਾ ਜਜ਼ਬਾ ਕਿ ਅਸੀਂ ਕਿਸੇ ਵੀ ਚੀਜ਼ ਨੂੰ ਕਿਸ ਹਿਸਾਬ ਨਾਲ ਲੈਂਦੇ ਹਾਂ। ਜੇ ਸਾਨੂੰ ਕੋਈ ਕੰਪਲੀਮੈਂਟ ਦੇ ਵੀ ਦਿੰਦਾ ਜਾਂ ਸਾਨੂੰ ਇਸ ਚੀਜ਼ ਦੇ ਉੱਤੇ ਕਮੈਂਟ ਕਰ ਵੀ ਦਿੰਦਾ ਕਿ ਤੁਸੀਂ ਕਿਸੇ ਹੋਰ ਨਾਲੋਂ ਘੱਟ ਸੋਹਣੇ ਲੱਗਦੇ ਹੋ, ਕੀ ਸਾਨੂੰ ਉਹ ਅਫੈਕਟ ਕਰਦਾ? ਕੀ ਤੁਹਾਡਾ ਕੰਮ, ਤੁਹਾਡਾ ਕੰਪੀਟੈਂਸ, ਤੁਹਾਡਾ ਜੀਨੀਅਸ ਹੋਣਾ ਕੀ ਔਰਤਾਂ ਦੇ ਵਿੱਚ ਇਹ ਦੂਜੇ ਨੰਬਰ 'ਤੇ ਰਹਿ ਜਾਂਦਾ? ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਸਾਡੀਆਂ ਆਉਣ ਵਾਲੀਆਂ ਬੱਚੀਆਂ ਨੂੰ ਇਸ ਚੀਜ਼ ਨੂੰ ਸਿਖਾਉਣ ਦੀ ਜਾਂ ਟ੍ਰੇਨ ਕਰਨ ਦੀ ਜ਼ਰੂਰਤ ਆ ਕਿ ਤੁਹਾਡਾ ਬ੍ਰੇਨ ਜਿੰਨਾ ਤੁਹਾਡਾ ਸ਼ਾਰਪ ਹੋਊਗਾ, ਤੁਸੀਂ ਆਪਣੇ ਕੰਮ ਦੇ ਵਿੱਚ ਜਿੰਨੇ ਚੁਸਤ ਹੋਵੋਗੇ, ਜਿੰਨਾ ਤੁਹਾਡਾ ਕੰਪੀਟੀਸ਼ਨ ਜੇ ਕੰਮ ਦੇ ਉੱਤੇ ਮਰਦਾਂ ਨਾਲ ਵੀ ਆ ਤਾਂ ਤੁਸੀਂ ਉਹ ਕੰਪੀਟੀਸ਼ਨ ਆਪਣੇ ਕੰਮ ਦੇ ਜ਼ਰੀਏ ਕਰਨਾ, ਨਾ ਕਿ ਤੁਸੀਂ ਆਪਣੀ ਦਿੱਖ ਦੇ ਜ਼ਰੀਏ ਕਰਨਾ। ਇਹ ਇੱਕ ਇਹੋ ਜਿਹਾ ਟੌਪਿਕ ਆ ਜਿਹਦੇ ਨਾਲ ਕਈ ਤਰ੍ਹਾਂ ਦਾ ਮਾਰਕੀਟ ਐਡਵਰਟੀਜ਼ਮੈਂਟ ਜੁੜੀਆਂ ਹੋਈਆਂ ਨੇ ਜਾਂ ਕਈ ਤਰ੍ਹਾਂ ਦਾ ਮਾਰਕੀਟ ਜੁੜੀ ਹੋਈ ਆ, ਕਿਉਂਕਿ ਕਹਿੰਦੇ ਨੇ ਵੀ ਜੇ ਔਰਤ ਸਜਣ ਸਵਰਨੋਂ ਹਟ ਜਾਵੇ ਤਾਂ ਬਹੁਤ ਸਾਰੀਆਂ ਇੰਡਸਟਰੀਜ਼ ਬੰਦ ਹੋ ਜਾਣਗੀਆਂ। ਪਰ ਔਰਤ ਦੇ ਵਿੱਚ ਇਹ ਸਾਈਕੋਲੋਜੀ ਇੰਨੀ ਡੂੰਘੀ ਡਿਵੈਲਪ ਹੋਣੀ, ਜਿਹਦੇ ਨਾਲ ਇੰਨੇ ਵੱਡੇ ਬਿਜ਼ਨਸ ਰਨ ਹੋਣੇ ਕਿ ਸ਼ਾਪਸ ਦੀਆਂ ਸ਼ਾਪਸ ਤੁਹਾਡੇ ਗਹਿਣਿਆਂ ਦੀਆਂ ਨੇ, ਸ਼ਾਪਸ ਦੀਆਂ ਸ਼ਾਪਸ ਤੁਹਾਡੇ ਸੂਟਾਂ ਦੀਆਂ ਨੇ, ਸ਼ਾਪਸ ਦੀਆਂ ਸ਼ਾਪਸ ਤੁਹਾਡੇ ਮੇਕਅਪ ਦੀਆਂ ਨੇ, ਵੱਡੇ ਬ੍ਰਾਂਡਸ ਇਸ ਚੀਜ਼ ਦੇ ਵਿੱਚ ਬਣ ਗਏ ਨੇ। ਕਿ ਔਰਤ ਨੂੰ ਇਹ ਖੂਬਸੂਰਤ ਦਿਖਣਾ ਜ਼ਿਆਦਾ ਜ਼ਰੂਰੀ ਆ? ਕਿ ਔਰਤ ਦੇ ਉੱਤੇ ਖੂਬਸੂਰਤ ਹੋਣ ਦਾ ਜ਼ਿਆਦਾ ਪ੍ਰੈਸ਼ਰ ਆ? ਕੀ ਤੁਹਾਡੇ ਕੰਮ ਦੇ ਵਿੱਚ ਤੁਹਾਡੀ ਇੰਟੈਲੀਜੈਂਸੀ, ਤੁਹਾਡੀ ਜੀਨੀਅਸ, ਤੁਹਾਡਾ ਕੰਪੀਟੈਂਸ ਹੋਣਾ, ਤੁਹਾਡਾ ਆਪਣੇ ਆਪ ਨੂੰ ਹੋਰ ਅੰਦਰੋਂ ਨਿਖਾਰਨਾ, ਅਸੀਂ ਸੀਰਤ ਦੀ ਗੱਲ ਕਰਦੇ ਹਾਂ, ਪਰ ਆਪਣੇ ਆਪ ਨੂੰ ਅੰਦਰੋਂ ਨਿਖਾਰਨ ਤੇ ਤੁਸੀਂ ਕਿੰਨੇ ਪੈਸੇ ਖਰਚਦੇ ਹੋ, ਜਾਂ ਤੁਸੀਂ ਆਪਣੇ ਆਪ ਨੂੰ, ਆਪਣੇ ਸਕਿੱਲ ਨੂੰ ਡਿਵੈਲਪ ਕਰਨ ਦੇ ਲਈ ਕਿੰਨਾ ਤੁਸੀਂ ਅੱਗੇ ਆਉਂਦੇ ਹੋ, ਤੇ ਆਪਣੇ ਆਪ ਨੂੰ ਬਾਹਰੀ ਲੁੱਕ ਦੇ ਵਿੱਚ ਦਿਖਾਉਣ ਦੇ ਲਈ ਤੁਸੀਂ ਕਿੰਨਾ ਅੱਗੇ ਆਉਂਦੇ ਹੋ। ਇਹ ਇੱਕ ਵੱਡਾ ਵਿਸ਼ਾ, ਔਰ ਅਸੀਂ ਕੋਸ਼ਿਸ਼ ਕਰੀਏ ਆਪਣੇ ਘਰਾਂ ਦੇ ਵਿੱਚ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਉਹਨਾਂ ਦੀ ਦਿੱਖ ਦੇ ਉੱਤੇ ਕੋਈ ਕਮੈਂਟ ਨਾ ਦਈਏ, ਤੇਰਾ ਰੰਗ ਕਾਲਾ ਜਾਂ ਤੂੰ ਪਤਲੀ ਹੋਣੀ ਚਾਹੀਦੀ ਆ ਜਾਂ ਤੂੰ ਸੋਹਣੀ ਹੋਣੀ ਚਾਹੀਦੀ ਆ। ਰੈਦਰ ਦੈਨ ਅਸੀਂ ਉਹਨੂੰ ਇਹ ਸਿਖਾਈਏ ਕਿ ਤੂੰ ਆਪਣੇ ਪ੍ਰੋਫੈਸ਼ਨ ਦੇ ਵਿੱਚ ਕਿੰਨਾ ਅੱਗੇ ਜਾਣਾ। ਇਹ ਚੀਜ਼ ਸਾਨੂੰ ਬਾਖੂਬੀ ਆਪਣੇ ਵੀਰਾਂ ਤੋਂ, ਸਾਡੇ ਭਰਾਵਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਉਹ ਆਪਣੀ ਮਨੀ ਇਹਨਾਂ ਫਾਲਤੂ ਚੀਜ਼ਾਂ 'ਤੇ ਸਪੈਂਡ ਕਰਨ ਦੀ ਬਜਾਏ ਆਪਣੇ ਟੈਕਨੀਕਲ ਜਾਂ ਸਕਿਲਡ ਗਰੋਥ ਦੇ ਉੱਤੇ ਜ਼ਿਆਦਾ ਖਰਚਦੇ ਨੇ। ਪ੍ਰਾਈਮ ਵਿਮਨ ਦੀ ਇਸ ਕੜੀ ਨੂੰ ਆਸ ਕਰਦੇ ਹਾਂ ਕਿ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ। ਫਿਰ ਤੋਂ ਇੱਕ ਵੱਖਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਾਂ ਦੇ ਵਿੱਚੋਂ ਗੱਲ ਦੇ ਵਿੱਚ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।